हेलो गुड मॉर्निंग स्टूडेंट्स। सो ਅੱਜ ਅਸੀਂ ਗੱਲ ਕਰਾਂਗੇ ਆਪਣੇ ਟੌਪਿਕ ਦੀ, ਜੋ ਕਿ ਆਪਣਾ ਜਿਹਦੀ ਮੈਂ ਤੁਹਾਨੂੰ ਨੋਟਸ ਦੇ ਚੁੱਕੀ ਹਾਂ। ਔਰ ਹੁਣ ਮੈਂ ਤੁਹਾਨੂੰ ਆਈ ਹੋਪ ਤੁਸੀਂ ਉਹ ਨੋਟਸ ਦੇ ਨਾਲ ਗੋ ਥਰੂ ਕਰ ਲਿਆ ਹੋਊਗਾ, ਕਿਉਂਕਿ ਇੱਕ ਵਾਰ ਨਾ ਜੇ ਤੁਸੀਂ ਨੋਟਸ ਪੜ੍ਹ ਲਓਗੇ ਅਤੇ ਉਸ ਤੋਂ ਬਾਅਦ ਜਦੋਂ ਮੈਂ ਤੁਹਾਨੂੰ ਸਮਝਾਉਂਗੀ ਫਿਰ ਤੁਹਾਨੂੰ ਜਲਦੀ ਈਜ਼ੀ ਮਤਲਬ ਕਵਰ ਅਪ ਕਰ ਲਓਗੇ। ਸੋ ਹੁਣ ਅਸੀਂ ਗੱਲ ਕਰਾਂਗੇ ਡਿਸਟਰੀਬਿਊਸ਼ਨ ਆਫ ਮੀਨ ਦੀ, ਹੈ ਨਾ, ਕਿ ਕਿਸ ਤਰੀਕੇ ਦੇ ਨਾਲ ਮੀਨ ਨੂੰ ਡਿਸਟਰੀਬਿਊਟ ਕੀਤਾ ਜਾਂਦਾ ਹੈ, ਬਟ ਇਨ ਵਾਟ ਵੇ, ਇਨ ਅ ਵੇ ਆਫ ਦੀ ਸੈਂਪਲ ਮੀਨ, ਹੈ ਨਾ। ਚਲੋ ਹੁਣ ਆਪਾਂ ਬਹੁਤ ਬਰੀਕ ਗੱਲਾਂ ਕਰਾਂਗੇ, ਬਹੁਤ ਮਤਲਬ ਸਟਾਰਟ ਫਰੋਮ ਬੇਸਿਕਸ, ਠੀਕ ਹੈ। ਇਹ ਚੈਪਟਰ ਬਹੁਤ ਕੀ ਕਹਿੰਦੇ ਨੇ, ਥੋੜ੍ਹਾ ਧਿਆਨ ਲਗਾਉਣਾ ਹੈ, ਹੋਰ ਕੁਛ ਨਹੀਂ ਹੈ, ਜਸਟ ਧਿਆਨ ਲਗਾਉਣਾ। ਤੁਸੀਂ ਇੱਕ ਗੱਲ ਤਾਂ ਤੁਸੀਂ ਧਿਆਨ ਰੱਖਣਾ ਹੈ ਕਿ the sampling distribution of the mean was defined in the section introducing sampling distribution. It means ਅਗਰ ਅਸੀਂ ਸੈਂਪਲਿੰਗ ਡਿਸਟਰੀਬਿਊਸ਼ਨ ਦੀ ਗੱਲ ਕਰੀਏ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ n ਡਿਵਾਈਡਡ ਬਾਈ n, ਕੈਪੀਟਲ N ਡਿਵਾਈਡਡ ਬਾਈ ਛੋਟਾ n, ਹੈ ਨਾ, ਸਮਾਲ n। ਔਰ ਜੋ ਕੈਪੀਟਲ N ਹੁੰਦਾ ਹੈ ਉਹ ਕਿਸ ਚੀਜ਼ ਨੂੰ ਡਿਪਿਕਟ ਕਰਦਾ, ਸਾਡੀ ਪੋਪੂਲੇਸ਼ਨ ਨੂੰ। ਔਰ ਜੋ ਸਮਾਲ n ਹੁੰਦਾ ਉਸ ਡਿਪਿਕਟ ਕਰਦਾ ਸਾਡੇ ਸੈਂਪਲ ਨੂੰ। ਫਸਟ ਆਫ ਆਲ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ, ਦਿਸ ਇਜ਼ ਨੋਨ ਐਜ਼ ਡਿਸਟਰੀਬਿਊਸ਼ਨ ਆਫ ਮੀਨ। ਇਸ ਅਕੋਰਡਿੰਗ ਅਸੀਂ ਆਪਣੀ ਡਿਸਟਰੀਬਿਊਸ਼ਨ ਆਫ ਮੀਨ ਦੀ ਕੀ ਕਹਿੰਦੇ ਨੇ ਡਿਸਟਰੀਬਿਊਸ਼ਨ ਕਰਦੇ ਹਾਂ। ਸੋ ਫਸਟ ਆਫ ਆਲ ਇਸ ਗੱਲ ਨੂੰ ਵੀ ਹੁਣ ਤੁਸੀਂ ਧਿਆਨ ਰੱਖਿਓ ਕਿ ਜਦੋਂ ਅਸੀਂ ਸਟੈਟਸ ਦੀ ਗੱਲ ਕਰੀਏ ਨਾ, ਇਫ ਆਈ ਐਮ ਟਾਕਿੰਗ ਅਬਾਊਟ ਸਟੈਟਸ, ਅਗਰ ਮੈਂ ਗੱਲ ਕਰਾਂ ਸਟੈਟਿਸਟਿਕਸ ਦੀ, ਅਤੇ ਸਟੈਟਿਸਟਿਕਸ ਦਾ ਮਤਲਬ ਕੀ ਹੁੰਦਾ ਹੈ, ਕਲੈਕਸ਼ਨ ਆਫ ਡੇਟਾ, ਠੀਕ ਹੈ। ਜੋ ਆਪਣੇ ਆਪ ਦੇ ਵਿੱਚ ਸਟੈਟਿਸਟਿਕਸ ਦਾ ਮਤਲਬ ਹੈ ਕਲੈਕਸ਼ਨ ਆਫ ਡੇਟਾ। ਸੋ ਹਾਊ ਯੂ ਕਲੈਕਟ ਯੋਰ ਡੇਟਾ, ਤੁਸੀਂ ਲੋਕਾਂ ਕੋਲ ਗਏ ਔਰ ਜਾ ਕੇ ਡਾਟਾ ਇਕੱਠਾ ਕਰਨਾ ਸ਼ੁਰੂ ਕਰਤਾ, ਦਿਸ ਇਜ਼ ਦ ਮੀਨਿੰਗ ਆਫ ਸਿਲੈਕਸ਼ਨ ਆਫ ਡੇਟਾ। ਨੋ, ਸਿਲੈਕਸ਼ਨ ਸਟੈਟਿਸਟਿਕਸ ਆਰ ਆਫ ਟੂ ਟਾਈਪਸ। ਇੱਕ ਹੁੰਦੀ ਹੈ ਇਨਫਰੈਂਸ਼ੀਅਲ ਸਟੈਟਿਸਟਿਕਸ, ਇੱਕ ਹੁੰਦੀ ਹੈ ਡਿਸਕ੍ਰਿਪਟਿਵ ਸਟੈਟਿਸਟਿਕਸ, ਠੀਕ ਹੈ। ਇਸ ਗੱਲ ਦਾ ਧਿਆਨ ਦੇਣਾ ਜ਼ਰੂਰ ਕਿ ਦੋ ਤਰੀਕੇ ਦੀ ਸਟੈਟਿਸਟਿਕਸ ਹੁੰਦੀ ਹੈ, ਇੱਕ ਹੁੰਦੀ ਹੈ ਇਨਫਰੈਂਸ਼ੀਅਲ, ਇੱਕ ਹੁੰਦੀ ਹੈ ਡਿਸਕ੍ਰਿਪਟਿਵ। ਚਲੋ ਗੱਲ ਇੱਥੇ ਇਹ ਆਉਂਦੀ ਹੈ ਕਿ ਇਨਫਰੈਂਸ਼ੀਅਲ ਔਰ ਡਿਸਕ੍ਰਿਪਟਿਵ ਇਹਨਾਂ ਦੇ ਵਿੱਚ ਕੀ ਫ਼ਰਕ ਹੈ, ਰਾਈਟ। ਚਲੋ ਇਹਦੇ 'ਚ ਜੋ ਆਪਾਂ ਇੱਥੇ ਲਿਖਿਆ ਹੋਇਆ ਆਪਾਂ ਇਸ ਤੋਂ ਗੋ ਥਰੂ ਕਰਦੇ ਹਾਂ। ਦੇਖੋ ਇਹਨਾਂ ਨੇ ਬੋਲਿਆ ਹੋਇਆ ਜਿਹੜੀ ਡਿਸਕ੍ਰਿਪਟਿਵ ਸਟੈਟਿਸਟਿਕਸ ਹੁੰਦੀ ਹੈ, ਇਟ ਇਜ਼ ਯੂਜ਼ਡ ਫॉर ਦ ਡਿਸਕ੍ਰਿਪਸ਼ਨ, ਮਤਲਬ ਇਹ ਜਸਟ ਡਿਸਕ੍ਰਿਪਸ਼ਨ ਵਾਸਤੇ ਯੂਜ਼ ਹੁੰਦੀ ਹੈ। ਐਂਡ ਇਟ ਇਜ਼ ਯੂਜ਼ਡ ਫॉर ਦੀ ਪ੍ਰੈਡਿਕਸ਼ਨਸ, ਇਨਫਰੈਂਸ਼ੀਅਲ ਪ੍ਰੈਡਿਕਸ਼ਨ ਵਾਸਤੇ ਯੂਜ਼ ਹੁੰਦੀ ਹੈ। ਮਤਲਬ ਕਿ ਜਦੋਂ ਵੀ ਤੁਸੀਂ ਕੁਆਲੀਟੇਟਿਵ ਰਿਸਰਚ ਕਰ ਰਹੇ ਹੋ, ਇਟ ਇਜ਼ ਬੇਸਡ ਔਨ ਦਾ ਡਿਸਕ੍ਰਿਪਟਿਵ ਸਟੈਟਿਸਟਿਕਸ। ਔਰ ਜਦੋਂ ਤੁਸੀਂ ਕੁਆਂਟੀਟੇਟਿਵ ਰਿਸਰਚ ਕਰ ਰਹੇ ਹੋ, ਇਟ ਇਜ਼ ਬੇਸਡ ਔਨ ਦੀ ਇਨਫਰੈਂਸ਼ੀਅਲ। ਕੁਆਲੀਟੇਟਿਵ, ਕੁਆਂਟੀਟੇਟਿਵ ਨੰਬਰਸ ਦੋਨਾਂ ਪਾਸੇ ਯੂਜ਼ ਹੁੰਦੇ ਹੈ, ਬਟ ਇਹਦੇ 'ਚ ਤੁਸੀਂ ਹਾਈਪੋਥੇਸਿਸ ਬਣਾਉਂਦੇ ਹੋ। ਹੁਣ ਤੁਸੀਂ ਇਹ ਕਹੋਗੇ ਕਿ ਹੁਣ ਤੁਹਾਨੂੰ ਪਤਾ ਨਹੀਂ ਨਾ ਚੱਲ ਰਿਹਾ। ਹੁਣ ਦੇਖੋ ਜਿਹੜੀ ਤੁਸੀਂ ਹੁਣ ਰਿਸਰਚ ਕਰਕੇ ਹਟੇ ਹੋ, ਹੈ ਨਾ, ਜਿਵੇਂ ਅਬਨੂਰ, ਕਿਰਨ, ਨਿਮਕਾ, ਕੁਲਵਿੰਦਰ, ਸਾਰੀ ਕਲਾਸ ਨੇ, ਚੈਨਪ੍ਰੀਤ, ਰਜਨੀਤ, ਪ੍ਰਭਜੋਤ, ਰਿਆ, ਸਾਰਿਆਂ ਨੇ ਜਿਹੜੀ ਰਿਸਰਚ ਕੀਤੀ ਹੈ ਨਾ, ਤੁਸੀਂ ਉਹ ਤੁਹਾਡੀ ਸੋਰੀ ਕੀ ਕਹਿੰਦੇ ਨੇ, ਰਿਆ ਨਹੀਂ, ਕਿਉਂਕਿ ਰਿਆ ਨੇ ਕੁਆਲੀਟੇਟਿਵ ਰਿਸਰਚ ਕੀਤੀ ਹੈ, ਰਿਆ ਔਰ ਪ੍ਰਭਜੋਤ ਨੇ। ਸੋ ਤੁਸੀਂ ਜਿਹੜੀ ਬਾਕੀ ਸਾਰਿਆਂ ਨੇ, ਰੈਸਟ ਆਫ ਦੇ ਸਟੂਡੈਂਟਸ ਬਾਕੀਆਂ ਨੇ ਜਿਹੜੀ ਰਿਸਰਚ ਕੀਤੀ ਹੈ ਉਹ ਇਨਫਰੈਂਸ਼ੀਅਲ ਬੇਸਡ ਹੈ। ਇਨਫਰੈਂਸ਼ੀਅਲ ਕਿਉਂ ਹੈ, ਕਿਉਂਕਿ ਤੁਸੀਂ ਸਭ ਤੋਂ ਪਹਿਲੇ ਹਾਈਪੋਥੇਸਿਸ ਬਣਾਏ ਸੀਗੇ। ਹਾਈਪੋਥੇਸਿਸ ਬਣਾਏ ਸੀ ਕਿ ਇੱਦਾਂ ਇੱਦਾਂ ਦਾ ਹੋ ਸਕਦਾ ਹੈ, ਇਹਦੇ ਵਿੱਚ ਹਾਈ ਹੋ ਸਕਦਾ ਹੈ, ਸਾਡੀ ਐਨਜ਼ਾਈਟੀ ਜਾਂ ਸਟਰੈਸ ਇਹਨਾਂ ਵਿੱਚ ਹਾਈ ਹੋ ਸਕਦਾ ਹੈ। ਸੋ ਤੁਸੀਂ ਪਹਿਲੇ ਪ੍ਰੈਡਿਕਸ਼ਨ ਕੀਤੀ ਸੀ, ਅਤੇ ਇਹਦੇ ਵਿੱਚ ਸਿਰਫ ਡਿਸਕਰਾਈਬ ਕੀਤਾ ਜਾਂਦਾ ਚੀਜ਼ਾਂ ਨੂੰ। ਇਹਦੇ 'ਚ ਚੀਜ਼ਾਂ ਨੂੰ ਜਨਰਲਾਈਜ਼ ਨਹੀਂ ਕੀਤਾ ਜਾਂਦਾ, ਇਹਦੇ 'ਚ ਚੀਜ਼ਾਂ ਨੂੰ ਜਨਰਲਾਈਜ਼ ਕੀਤਾ ਜਾਂਦਾ ਹੈ। ਡਿਸਕਰਾਈਬ ਦੀ ਡਾਟਾ ਵਿਚ ਇਜ਼ ਆਲਰੇਡੀ ਨੋਨ, ਸਾਨੂੰ ਚੀਜ਼ਾਂ ਬਾਰੇ ਪਤਾ ਹੁੰਦਾ ਹੈ। ਟਰਾਈ ਟੂ ਮੇਕ ਕਨਕਲੂਜਨ ਅਬਾਊਟ ਦਾ ਪੋਪੂਲੇਸ਼ਨ, ਇਹਦੇ 'ਚ ਸਾਨੂੰ ਚੀਜ਼ਾਂ ਬਾਰੇ ਪਤਾ ਨਹੀਂ ਹੁੰਦਾ, ਅਸੀਂ ਚੀਜ਼ਾਂ ਨੂੰ ਫਾਈਂਡ ਕਰਦੇ ਹਾਂ, ਠੀਕ ਹੈ। ਦੈਨ ਇਸ ਤੋਂ ਬਾਅਦ ਫਾਈਨਲ ਰਿਜ਼ਲਟਸ ਆਰ ਸ਼ੋਨ ਇਨ ਦੀ ਫੋਰਮ ਆਫ ਚਾਰਟ, ਟੇਬਲ, ਗ੍ਰਾਫਸ, ਹੈ ਨਾ। ਮਤਲਬ ਕੁਆਲੀਟੇਟਿਵ ਵਾਲਾ ਹਿਸਾਬ ਆ ਗਿਆ, ਅਸੀਂ ਉਹਨਾਂ ਨੂੰ ਚਾਰਟ, ਟੇਬਲ, ਗ੍ਰਾਫ ਦੇ ਵੇ ਨਾਲ ਉਹਨੂੰ ਆਪਾਂ ਰਿਪ੍ਰਜੈਂਟ ਕਰਦੇ ਹਾਂ। ਬਟ ਇਹਦੇ ਵਿੱਚ ਕੀ ਹੁੰਦਾ ਹੈ, ਇਹਦੇ 'ਚ ਕੀ ਹੁੰਦਾ, ਫਾਈਨਲ ਰਿਜ਼ਲਟਸ ਇਜ਼ ਦੀ ਪ੍ਰੋਬੈਬਿਲਿਟੀ ਸਕੋਰਸ। ਇਹ ਪ੍ਰੋਬੈਬਿਲਿਟੀ ਕੀ ਹੁੰਦਾ, ਮਤਲਬ ਅਸੀਂ ਉਸ ਚੀਜ਼ ਦੀ ਪ੍ਰੈਡਿਕਸ਼ਨ ਤਾਂ ਕਰ ਹੀ ਲੈਣੀ, ਸਾਨੂੰ ਨਹੀਂ ਪਤਾ ਸਾਡਾ ਕਨਕਲੂਜਨ ਸਹੀ ਆਏਗਾ ਗਲਤ ਆਏਗਾ। ਇਨਫਰੈਂਸ਼ੀਅਲ ਬੇਸਡ ਮਤਲਬ ਪ੍ਰੈਡਿਕਸ਼ਨ ਬੇਸਡ ਹੋਏਗਾ, ਸਾਡਾ ਆਨਸਰ ਸਹੀ ਵੀ ਆ ਸਕਦਾ। ਹੁਣ ਅਬਨੂਰ ਉਹਨਾਂ ਨੇ, ਚੈਨਪ੍ਰੀਤ ਉਹਨਾਂ ਨੇ ਆਪਣੀ ਸਟੈਟਸ ਮਤਲਬ ਆਪਣਾ
ਪੂਰਾ ਜ਼ੋਰ ਲਗਾਇਆ ਸਰਵੇ ਉੱਪਰ ਨਾ, ਸਭ ਕੁਝ ਸਹੀ ਕੀਤਾ। ਉਹਨਾਂ ਨੂੰ ਪ੍ਰੈਡਿਕਸ਼ਨ ਸੀ ਹਾਂ ਸਾਡਾ ਡਾਟਾ ਇਕੱਠਾ ਹੋ ਕੇ ਮਤਲਬ ਕੰਪਾਈਲ ਕਰਾਂਗੇ ਇੱਦਾਂ ਇੱਦਾਂ ਵਧੀਆ ਰਿਜ਼ਲਟ ਆਏਗਾ, ਬਟ ਕੀ ਹੋਇਆ, ਸੈਂਪਲਿੰਗ ਐਰਰ ਆ ਗਈ ਹੈ ਨਾ, ਸੈਂਪਲਿੰਗ ਐਰਰ ਆ ਗਏ। ਚਲੋ ਉਹਨਾਂ ਦਾ ਵੀ ਕਸੂਰ ਨਹੀਂ ਸੀ ਕਿ ਸੈਂਪਲਿੰਗ ਐਰਰ ਆ ਗਏ, ਸੈਂਪਲਿੰਗ ਐਰਰ ਇਸ ਕਰਕੇ ਆਏ ਬਿਕੋਜ਼ ਸਾਡਾ ਸੈਂਪਲ ਸਾਈਜ਼ ਘੱਟ ਸੀਗਾ। ਜਿੰਨਾ ਸੈਂਪਲ ਸਾਈਜ਼ ਘੱਟ ਹੋਏਗਾ ਉਨਾ ਜ਼ਿਆਦਾ ਸੈਂਪਲਿੰਗ ਐਰਰ ਵੱਧ ਹੋਏਗਾ, ਔਰ ਜਿੰਨਾ ਸੈਂਪਲ ਸਾਈਜ਼ ਵੱਧ ਹੋਏਗਾ ਉਨਾ ਘੱਟ ਸੈਂਪਲ ਐਰਰ ਹੋਏਗਾ। ਠੀਕ ਹੈ, ਸੋ ਬੇਸਿਕਲੀ ਤੁਸੀਂ ਇਹਦੇ 'ਚ ਇੰਨਾ ਹੀ ਲਿਖਣਾ ਹੈ। ਇਹ ਮਤਲਬ ਥੋੜ੍ਹੀ ਮਤਲਬ ਸਮਝ ਦੀਆਂ ਗੱਲਾਂ ਨੇ, ਸਿਰਫ ਤੁਸੀਂ ਇੰਨਾ ਹੀ ਲਿਖਣਾ ਹੈ ਕਿ ਇਨਫਰੈਂਸ਼ੀਅਲ ਸਟੈਟਿਸਟਿਕਸ ਕੀ ਹੁੰਦੀ ਹੈ। ਇਟ ਅਲਾਊਜ਼ ਯੂ ਟੂ ਜਨਰਲਾਈਜ਼ ਬਿਯੋਂਡ ਦ ਕਲੈਕਸ਼ਨਸ ਆਫ ਦੀ actual observations and allows to determine how confident we can be that our conclusions are correct। ਇਹ 'ਚ ਜਨਰਲਾਈਜੇਸ਼ਨਸ ਹੁੰਦੀਆਂ ਨੇ। ਸੋ ਇੱਦਾਂ ਦੀਆਂ ਚੀਜ਼ਾਂ ਤੁਸੀਂ ਇਨਫਰੈਂਸ਼ੀਅਲ ਸਟੈਟਿਸਟਿਕਸ ਦੇ ਵਿੱਚ ਲਿਖ ਦੇਣੀਆਂ ਨੇ ਕਿ ਇਨਫਰੈਂਸ਼ੀਅਲ ਸਟੈਟਿਸਟਿਕਸ ਹੁੰਦਾ ਕੀ। ਠੀਕ ਹੈ, ਹੁਣ ਇਸ ਤੋਂ ਬਾਅਦ ਤਾਂ ਅਸਲੀ ਗੱਲ ਸਟਾਰਟ ਹੁੰਦੀ ਹੈ ਕਿ ਪ੍ਰੋਬੈਬਿਲਿਟੀ ਔਰ ਸਟੈਟਿਸਟਿਕਸ ਕੀ ਹੈ। ਇਹ ਬੋਲਦੇ ਪ੍ਰੋਬੈਬਿਲਿਟੀ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਦੀ ਇਨਫਰੈਂਸ਼ੀਅਲ ਸਟੈਟਿਸਟਿਕਸ। ਪ੍ਰੋਬੈਬਿਲਿਟੀ ਵੀ ਤਾਂ ਇਨਫਰੈਂਸ਼ੀਅਲ 'ਚ ਆਊਗੀ ਕਿਉਂਕਿ ਇਨਫਰੈਂਸ਼ੀਅਲ ਪ੍ਰੋਬੈਬਿਲਿਟੀ ਇਜ਼ ਬੇਸਡ ਔਨ ਦੀ ਇਨਫਰੈਂਸ਼ੀਅਲ। ਰੈਂਡਮਨੈਸ ਇਨਫਰੈਂਸ਼ੀਅਲ 'ਚ ਹੀ ਆਏਗੀ, ਡਿਸਕ੍ਰਿਪਟਿਵ 'ਚ ਤਾਂ ਆਏਗੀ ਨਹੀਂ। ਠੀਕ ਹੈ, there is always variability that come alongs with any particular result, so each result is the viewed with the context of many possible results that could covered by chance। ਹੁਣ ਇੱਥੇ ਗੱਲ ਚਾਂਸ ਦੀ ਕੀਤੀ ਗਈ ਹੈ। ਦੇਖੋ ਨਾ ਹੁਣ ਰੈਂਡਮਨੈਸ ਹੈ, ਹੁਣ ਇਟ ਡਿਪੈਂਡਸ, ਇਹ ਜਿਹੜਾ ਪ੍ਰੋਬੈਬਿਲਿਟੀ ਹੈ ਨਾ ਇਹ ਡਿਪੈਂਡ ਹੀ ਚਾਂਸ ਦੇ ਉੱਤੇ ਕਰਦਾ ਹੈ। ਚਾਂਸ ਫੈਕਟਰ ਬਹੁਤ ਮੈਟਰ ਕਰਦਾ ਹੈ ਜਦੋਂ ਤੁਸੀਂ ਰੀਸਰਚ ਕਰ ਰਹੇ ਹੋ। ਰੈਂਡਮਨੈਸ ਦੀ ਗੱਲ ਕੀਤੀ ਜਾਏ, ਚਾਂਸ ਦੀ ਗੱਲ ਕੀਤੀ ਜਾਏ, ਤੁਸੀਂ ਡਾਟਾ ਕਿੰਨਾ ਸਾਰਾ ਡਾਟਾ ਕਲੈਕਟ ਕੀਤਾ। ਠੀਕ ਹੈ, ਹੁਣ ਹੁਣ ਤੁਹਾਨੂੰ ਨਹੀਂ ਪਤਾ, ਤੁਸੀਂ ਪ੍ਰੈਡਿਕਸ਼ਨ ਵੀ ਕਰਦੇ ਹੋ ਕਿੰਨੀ ਸਾਰੀ ਹੈ ਨਾ, ਤੁਸੀਂ ਕਿੰਨੇ ਸਾਰੇ ਹਾਈਪੋਥੇਸਿਸ ਬਣਾਉਂਦੇ ਹੋ, ਤੁਹਾਨੂੰ ਨਹੀਂ ਪਤਾ ਕਿ ਜੋ ਤੁਸੀਂ ਡਾਟਾ ਕਲੈਕਟ ਕੀਤਾ ਹੈ ਉਹਦਾ ਰਿਜ਼ਲਟ ਸਹੀ ਜਾਏਗਾ ਕਿ ਗਲਤ ਜਾਏਗਾ। ਠੀਕ ਹੈ, ਤੁਹਾਨੂੰ ਨਹੀਂ ਪਤਾ। ਤੁਹਾਨੂੰ ਬਸ ਇਹ ਹੈ ਕਿ ਹਾਂ ਤੁਹਾਨੂੰ ਰੈਲੀਵੈਂਟ ਚੀਜ਼ਾਂ ਨੂੰ ਯੂਜ਼ ਕਰਨਾ ਪੈਂਦਾ। ਹੁਣ ਇਹਦੇ 'ਚ ਸਾਨੂੰ ਕੀ ਪਤਾ, ਦੈਟਸ ਵਾਈ ਨਾ ਪਹਿਲੇ ਪਾਇਲਟ ਸਟੱਡੀ ਕੀਤੀ ਜਾਂਦੀ ਹੈ। ਹੁਣ ਜੇ ਮੈਂ ਸਪੋਜ਼ ਕਰੋ ਮੈਂ 1000 ਜਾਂ 2000 ਜਾਂ ਫਿਰ 8000 ਡਾਟਾ ਇਕੱਠਾ ਕਰਨਾ ਹੈ ਨਾ, ਇੰਨਾ ਵੱਡਾ ਡਾਟਾ ਇਕੱਠਾ ਕਰਨਾ ਹੈ, ਬਟ ਇਹਦੇ ਲਈ ਮੈਂ ਕੀ ਕਰੂੰਗੀ, ਮੈਂ 400 ਜਾਂ 500 ਪੀਪਲ ਦਾ ਡਾਟਾ ਇਕੱਠਾ ਕਰਕੇ ਇਹਨਾਂ ਦੇ ਉੱਤੇ ਪਾਇਲਟ ਸਟੱਡੀ ਕਰਕੇ ਦੇਖਾਂਗੀ। ਜੇ ਇਹਨਾਂ ਦਾ ਰਿਜ਼ਲਟ ਮਾੜਾ ਮੋਟਾ ਮੇਰਾ ਸਿਗਨੀਫਿਕੈਂਸ ਲੈਵਲ ਤੱਕ ਆ ਰਿਹਾ ਹੋਏਗਾ ਫਿਰ ਮੈਂ ਇਸ ਚੀਜ਼ ਨੂੰ ਫੋਲੋ ਕਰ ਸਕਦੀ ਹਾਂ ਕਿ ਮੇਰਾ ਜੇ ਮੈਂ 8000 ਡਾਟਾ 2000 ਡਾਟਾ 1000 ਡਾਟਾ ਇਕੱਠਾ ਕਰੂੰਗੀ ਤਾਂ ਹੋਪ ਸੋ ਮੇਰਾ ਕੀ ਕਹਿੰਦੇ ਨੇ ਪਾਇਲਟ ਸਟੱਡੀ ਦੇ ਨਾਲ ਹੀ ਮੇਰਾ ਮਤਲਬ ਸਿਗਨੀਫਿਕੈਂਸ ਲੈਵਲ ਆ ਰਿਹਾ ਹੋਵੇ। ਹੁਣ ਤੁਹਾਨੂੰ ਇਹ ਵੀ ਚੀਜ਼ ਸਮਝ ਨਹੀਂ ਆਈ ਹੋਣੀ ਕਿ ਸਿਗਨੀਫਿਕੈਂਸ ਲੈਵਲ ਕੀ ਹੁੰਦਾ ਹੈ ਨਾ। ਬਸ ਤੁਸੀਂ ਇਸ ਚੀਜ਼ 'ਚ ਇੰਨਾ ਧਿਆਨ ਦਿਓ ਕਿ ਪ੍ਰੋਬੈਬਿਲਿਟੀ ਔਰ ਇਨਫਰੈਂਸ਼ੀਅਲ ਸਟੈਟਿਸਟਿਕਸ ਦਾ ਆਪਸ 'ਚ ਬਹੁਤ ਵੱਡਾ ਗੂੜਾ ਰੋਲ ਹੈ। ਵਿਦਾਊਟ ਪ੍ਰੋਬੈਬਿਲਿਟੀ ਇਨਫਰੈਂਸ਼ੀਅਲ ਸਟੈਟਿਸਟਿਕਸ ਨਹੀਂ ਹੋ ਸਕਦੀ, ਔਰ ਇਨਫਰੈਂਸ਼ੀਅਲ ਦੇ ਵਿੱਚ ਪ੍ਰੋਬੈਬਿਲਿਟੀ ਦੀ ਬੜੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਸਿਰਫ ਇੰਨਾ ਧਿਆਨ ਰੱਖੋ। ਅਤੇ ਨਾ ਇਹ ਇੱਕ NPC ਹੁੰਦਾ ਹੈ, ਇਹ ਹੁਣ ਤੁਸੀਂ ਕਹੋਗੇ ਇਹ ਮੈਂ ਤੁਹਾਨੂੰ ਕਰਵਾਉਂਗੀ, ਇਹ ਆਪਣਾ ਇੱਕ ਚੈਪਟਰ ਹੈ, ਉਹਦੇ 'ਚ ਮੈਂ ਤੁਹਾਨੂੰ ਇਹਦੀਆਂ ਕਰੈਕਟਰਿਸਟਿਕਸ ਸਭ ਕੁਝ ਫੰਡਾਮੈਂਟਲਸ ਇਹਦੇ ਜੋ ਵੀ ਐਸਪੈਕਟਸ ਨੇ ਇਹ ਸਭ ਕੁਝ ਸਮਝਾਉਂਗੀ। ਇਸ ਤੋਂ ਬਾਅਦ ਅਗਲਾ ਚੈਪਟਰ ਅਸੀਂ NPC ਹੀ ਸਟਾਰਟ ਕਰਾਂਗੇ। ਸੋ ਇੱਕ ਗੱਲ ਯਾਦ ਰੱਖਿਓ, ਜਿਹੜੀ ਸਾਡੀ ਕੋਮਨ ਆਊਟਕਮਸ ਹੁੰਦੀਆਂ ਨੇ ਨਾ ਉਹ ਇੱਥੇ ਹੁਣ ਇਹ NPC ਇਟਸ ਨੋਰਮਲ ਪ੍ਰੋਬੇਬਿਲਿਟੀ ਕਰਵ। ਅਸੀਂ ਜੋ ਡਾਟਾ ਇਕੱਠਾ ਕਰਦੇ ਨਾ ਸਾਡਾ ਡਾਟਾ ਨਾ ਕਿਤੇ ਨਾ ਇੱਥੇ ਲਾਈ ਕਰਦਾ ਹੁੰਦਾ, ਬਟ ਜਿਹੜਾ ਡਾਟਾ ਸਾਡਾ ਇੱਥੇ ਲਾਈ ਕਰ ਰਿਹਾ ਹੁੰਦਾ ਨਾ ਉਹ ਕੋਮਨ ਆਊਟਕਮਸ ਹੁੰਦੀਆਂ ਨੇ। ਸਾਨੂੰ ਪਤਾ ਹੁੰਦਾ ਇੱਦਾਂ ਹੀ ਆਉਣਾ, ਇਹੀ ਹੋਣਾ, ਇੱਦਾਂ ਹੀ ਹੋਣਾ, ਬਟ ਜਿਹੜੀਆਂ ਰੇਅਰ ਆਊਟਕਮਸ ਹੁੰਦੀਆਂ ਨੇ ਉਹ ਇੱਥੇ ਆਉਣਗੀਆਂ ਅਤੇ ਇੱਥੇ ਆਉਣਗੀਆਂ। ਨੋਰਮਲ ਪੀਪਲ ਦੇ ਉੱਤੇ ਡਾਟਾ ਇਕੱਠਾ ਕੀਤਾ, ਇੱਥੇ ਆ ਗਿਆ। ਜਦੋਂ ਅਸੀਂ ਅਬਨੋਰਮਲ ਪੀਪਲ ਜਾਂ ਫਿਰ ਅਵੇ ਫਰੋਮ ਨੋਰਮਲ ਪੀਪਲ ਦੇ ਉੱਤੇ ਡਾਟਾ ਇਕੱਠਾ ਕਰਾਂਗੇ ਤਾਂ ਉਹਨਾਂ ਦਾ ਜਿਹੜਾ ਰਿਜ਼ਲਟ ਆਏਗਾ ਉਹ ਇੱਥੇ ਆਏਗਾ। ਠੀਕ ਹੈ, ਇੱਦਾਂ ਦੀਆਂ ਮਤਲਬ ਸੋ ਮੈਨੀ ਥਿੰਗਸ। ਸੋ ਇਹਨਾਂ ਨੇ ਕਿਹਾ ਨਾ ਕੋਮਨ ਆਊਟਕਮਸ ਕਿਹੜੀਆਂ ਹੁੰਦੀਆਂ, ਨਥਿੰਗ ਸਪੈਸ਼ਲ ਹੈਜ਼ ਅਕਰਡ ਐਂਡ ਰੇਅਰ ਆਊਟਕਮਸ ਸਪੈਸ਼ਲ ਅਕਰਡ। ਠੀਕ ਹੈ, ਇੰਨਾ ਵੀ ਤੁਸੀਂ ਲਿਖ ਸਕਦੇ ਹੋ ਕਿਉਂਕਿ ਮੈਂ ਤੁਹਾਨੂੰ ਨਾ ਜ਼ਿਆਦਾ ਔਖਾ ਤਾਂ ਨਹੀਂ ਕਰਵਾ ਰਹੀ ਕਿਉਂਕਿ ਇੱਕ ਤਾਂ ਕੁਆਰੰਟਾਈਨ ਟਾਈਮ ਚੱਲ ਰਿਹਾ, ਦੂਜੀ ਗੱਲ ਚੀਜ਼ਾਂ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਤੁਸੀਂ ਜਸਟ ਥਿਓਰੈਟੀਕਲ ਬੇਸਿਸ ਦੇ ਨਾਲ ਹੀ ਚੀਜ਼ਾਂ ਨੂੰ ਸਮਝ ਲਓ, ਤੁਹਾਡੇ ਲਈ ਇੰਨਾ ਹੀ ਬਹੁਤ ਹੈ। ਇੱਦਾਂ ਸਟਾਰਟ ਕਰ ਲਿਓ, ਇਟਸ ਜਸਟ ਲਾਈਕ ਅ ਥਿਅਰੀ। ਠੀਕ ਹੈ, ਇਹਨੂੰ ਸਮਝਣਾ ਔਰ ਇਹਨੂੰ ਸਮਝਣਾ ਵੀ ਹੈ ਔਰ ਆਪਣੇ ਆਪ ਨੂੰ ਸਮਝਾਉਣਾ ਵੀ ਹੈ। ਸਭ ਤੋਂ ਪਹਿਲਾਂ ਕੀ ਲਿਖਿਓ ਕਿ ਇੱਦਾਂ ਲਿਖ ਲਿਓ ਕਿ ਕੀ ਕਹਿੰਦੇ ਨੇ ਸੈਂਪਲਿੰਗ ਡਿਸਟਰੀਬਿਊਸ਼ਨ ਆਫ ਮੀਨ ਇੱਦਾਂ ਹੁੰਦਾ ਹੈ। ਇਨਫਰੈਂਸ਼ੀਅਲ ਸਟੈਟਿਸਟਿਕਸ ਇਹਨਾਂ ਦਾ ਆਪਸ 'ਚ ਡਿਫਰੈਂਸ ਦੱਸ ਦਿਓ। ਦੈਨ ਇਸ ਤੋਂ ਬਾਅਦ ਪ੍ਰੋਬੈਬਿਲਿਟੀ ਐਂਡ ਸਟੈਟਿਸਟਿਕਸ ਇਹ ਕੋਮਨ ਜੀ ਚੀਜ਼ ਦੱਸ ਦਿਓ। ਇਹਨਾਂ ਤਾਂ ਤੁਸੀਂ ਕਰ ਹੀ ਸਕਦੇ ਹੋ ਹੈ ਨਾ। ਇਹ ਚੀਜ਼ਾਂ ਸਮਝਣ ਵਾਲੀਆਂ, ਇਹ ਇੱਦਾਂ ਹੀ ਕਰਨੀਆਂ ਪੈਣਗੀਆਂ। ਠੀਕ ਹੈ,
ਦੈਨ ਹੁਣ ਇੱਥੇ ਸਾਡੀ ਗੱਲ ਸਟਾਰਟ ਹੁੰਦੀ ਹੈ ਕਿ ਸੈਂਪਲਿੰਗ ਡਿਸਟਰੀਬਿਊਸ਼ਨ ਐਕਟ ਐਜ਼ ਅ ਫਰੇਮ ਆਫ ਰੈਫਰੈਂਸ ਆਫ ਦੀ ਸਟੈਟਿਸਟੀਕਲ ਡਿਸੀਜਨ ਮੇਕਿੰਗ। ਹੁਣ ਜਦੋਂ ਗੱਲ ਇਹ ਆਉਂਦੀ ਹੈ ਕਿ ਅਸੀਂ ਸੈਂਪਲ ਨੂੰ ਡਿਸਟਰੀਬਿਊਟ ਵੀ ਤਾਂ ਕਰਨਾ ਹੈ। ਸੈਂਪਲ ਨੂੰ ਡਿਸਟਰੀਬਿਊਟ ਕਿਵੇਂ ਕਰਾਂਗੇ? ਸੈਂਪਲ ਨੂੰ ਡਿਸਟਰੀਬਿਊਟ ਕਰਨ ਦੇ ਲਈ ਸਾਨੂੰ ਇੱਕ ਫਰੇਮ ਬਣਾਉਣਾ ਪੈਂਦਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਸੈਂਪਲ ਨੂੰ ਡਿਸਟਰੀਬਿਊਟ ਕਰ ਸਕੀਏ। ਸਾਨੂੰ ਡਿਸੀਜਨ ਲੈਣੇ ਪੈਂਦੇ ਨੇ, ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਨੇ, ਫਿਰ ਜਾ ਕੇ ਅਸੀਂ ਸੈਂਪਲ ਦੀ ਡਿਸਟਰੀਬਿਊਸ਼ਨ ਕਰ ਸਕਦੇ ਹਾਂ। ਇਹ ਇੱਕ ਥਿਓਰੈਟੀਕਲ ਪ੍ਰੋਬੈਬਿਲਿਟੀ ਡਿਸਟਰੀਬਿਊਸ਼ਨ ਹੁੰਦਾ। ਇਹ ਪੋਸੀਬਲ ਵੈਲਿਊਜ਼ ਆਉਂਦੀਆਂ ਨੇ ਜਿਹੜੀਆਂ ਉਹ some sample statistics that would occur if we were draw all possible samples of a fixed size of a given population। size fixed ਹੁੰਦਾ ਹੈ। population for example ਪੋਪੂਲੇਸ਼ਨ ਹੋ ਗਈ 1000 ਅਤੇ ਸੈਂਪਲ ਸਾਈਜ਼ ਸਾਡਾ ਫਿਕਸ ਹੋਏਗਾ ਕਿ ਮੈਂ ਸੈਂਪਲ ਸਾਈਜ਼ 100 ਲੈਣਾ, ਮੈਂ 50 ਲੈਣਾ। ਹੁਣ ਇਹ ਤਾਂ ਹੈ ਨਹੀਂ ਜੇ 50 ਲਵਾਂਗੇ, ਇਹ ਤਾਂ ਹੈ ਨਹੀਂ ਕਿ 49 ਲੈ ਕੇ ਮੈਂ ਆਪਣਾ ਵਾਪਸ ਆ ਜਾਊਂਗੀ, ਜਾਂ 100 ਹੈ ਤਾਂ ਮੈਂ 98 ਲੈ ਰਹੀ ਹਾਂ, 98.5 ਲੈ ਰਹੀ ਹਾਂ, ਇਹਦਾ ਤਾਂ ਹੋ ਹੀ ਨਹੀਂ ਸਕਦਾ ਬਿਲਕੁਲ ਵੀ, ਠੀਕ ਹੈ ਨਾ। ਸੋ ਵੇਰੀਏਬਲਸ ਤੁਸੀਂ ਪੜ੍ਹੇ ਹੀ ਹੋਏ ਨੇ ਕਿ ਇੱਦਾਂ ਡਿਸਕ੍ਰੀਟ ਕੰਟੀਨਿਊਸ ਵੀ ਤੁਸੀਂ ਪੜ੍ਹੇ ਹੋਏ ਨੇ। ਸੋ ਇੱਦਾਂ ਨਹੀਂ ਹੁੰਦਾ। ਜਿਹੜਾ ਅਸੀਂ ਡਾਟਾ ਇੱਕ ਵਾਰ ਸੋਚ ਲੈਂਦੇ ਹਾਂ ਇੰਨਾ ਸੈਂਪਲ, ਸਾਨੂੰ ਉਨਾ ਹੀ ਸੈਂਪਲ ਇੱਕ ਫਿਕਸਡ ਸਾਈਜ਼ ਅਸੀਂ ਰੱਖ ਲੈਂਦੇ ਹਾਂ ਕਿ ਇੱਦਾਂ ਦਾ ਅਸੀਂ ਕਰਨਾ ਹੀ ਹੈ, ਠੀਕ ਹੈ। ਦੈਨ ਇਸ ਤੋਂ ਬਾਅਦ ਹੈ again the sampling distribution allows to determine whether given the variability among all possible samples the one we observed in a common outcome or rare outcome। ਫਿਰ ਇਸ ਚੀਜ਼ ਨੂੰ ਅਸੀਂ ਚੈੱਕ ਕਰਦੇ ਹਾਂ ਕਿ ਜਿਹੜਾ ਮੇਰਾ ਰਿਜ਼ਲਟ ਆ ਰਿਹਾ ਉਹ ਮੇਰਾ ਕੋਮਨ ਆਊਟਕਮ ਦੇ ਵਿੱਚ ਆ ਰਿਹਾ, ਕੋਮਨ ਆਊਟਕਮ ਦੇ ਵਿੱਚ ਆ ਰਿਹਾ ਮਤਲਬ ਇੱਥੇ ਆ ਰਿਹਾ ਕਿ ਇੱਥੇ ਆ ਰਿਹਾ, ਠੀਕ ਹੈ। ਰੇਅਰ ਆਊਟਕਮਸ 'ਚ ਆ ਰਿਹਾ। ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ, ਇਮੈਜਿਨ ਦੈਟ one of you ask a random sample of 10 people in this class what their height is। you can calculate the average height of your sample to get to sample mean। when you report back would you expect all of your sample means to be the same? ਨਹੀਂ, ਗੱਲ ਇੱਥੇ ਹੀ ਆ ਗਈ। ਹੁਣ ਤੁਹਾਡੀ ਕਲਾਸ ਹੈ ਨਾ, ਸਪੋਜ਼ ਕਰੋ ਆਪਣੀ ਕਲਾਸ ਹੈ, ਸਪੋਜ਼ ਕਰੋ ਆਪਣੀ ਕਲਾਸ ਹੈ 70 ਜਣਿਆਂ ਦੀ, 70 ਸਟੂਡੈਂਟਸ ਆਰ ਦੇयर ਇਨ ਮਾਈ ਕਲਾਸ, ਓਕੇ। ਔਰ ਮੈਂ ਬੱਚੇ ਦੀ ਹਾਈਟ ਚੈੱਕ ਕਰਨੀ ਹੈ, ਠੀਕ ਹੈ। ਇੱਕ ਇੰਡੀਵਿਜੂਅਲ ਬੱਚੇ ਦੀ ਮੈਂ ਹਾਈਟ ਚੈੱਕ ਕੀਤੀ। ਤੁਹਾਨੂੰ ਕੀ ਲੱਗਦਾ ਹੈ ਕਿ ਹਰ ਇੱਕ ਬੱਚੇ ਦੀ ਜਿਹੜੀ ਹਾਈਟ ਹੈ ਉਹ ਕੀ ਇਸ ਆਊਟਕਮ 'ਚ ਹੀ ਆਏਗੀ? ਨਹੀਂ, ਕੁਝ ਬੱਚੇ ਬਹੁਤ ਜ਼ਿਆਦਾ ਲੰਬੇ ਵੀ ਹੋਣਗੇ, ਕੁਝ ਬੱਚੇ ਥੋੜ੍ਹੇ ਛੋਟੇ ਵੀ ਹੋਣਗੇ, ਕੁਝ ਬੱਚੇ ਰੇਅਰ ਇੱਥੇ ਵੀ ਹੋਣਗੇ। ਹੁਣ ਜਿਵੇਂ ਮੇਰੀ 10th ਕਲਾਸ 'ਚ ਸੀਗੀ, ਜਦੋਂ ਮੈਂ 10th ਕਲਾਸ 'ਚ ਸੀਗੀ ਨਾ, ਮੇਰੀ ਕਲਾਸ 'ਚ ਇੱਕ ਕੁੜੀ ਸੀਗੀ, ਉਹਦਾ ਨਾਮ ਸੀ ਹਿਮਾਨੀ, ਉਹਦਾ ਨਾਮ ਸੀ ਹਿਮਾਨੀ। ਔਰ ਨੋਰਮਲ ਸੀਗੇ, ਮਤਲਬ ਸਾਡੀ ਕਲਾਸ 'ਚ ਨੋਰਮਲ ਹਾਈਟ ਬੋਇਜ਼ ਦੀ ਸਭ ਤੋਂ ਜ਼ਿਆਦਾ ਲੰਬੀ ਹੁੰਦੀ ਸੀਗੀ, ਠੀਕ ਹੈ। ਬੋਇਜ਼ ਸਭ ਤੋਂ ਜ਼ਿਆਦਾ ਲੰਬੇ ਹੁੰਦੇ ਸੀਗੇ, ਠੀਕ ਹੈ। ਗਰਲਸ ਦੇ ਵਿੱਚੋਂ 2 ਕੁੜੀਆਂ ਸੀਗੀਆਂ ਜਿਨ੍ਹਾਂ ਦੀ ਹਾਈਟ ਨਾ ਕੀ ਕਹਿੰਦੇ ਨੇ ਇੰਨੀ ਕੁ ਹੋਏਗੀ, ਮਤਲਬ ਬੋਇਜ਼ ਤੋਂ ਥੋੜ੍ਹੀ ਜਿਹੀ ਘੱਟ। ਦੈਨ ਉਸ ਤੋਂ ਬਾਅਦ ਆਲਮੋਸਟ ਕੁੜੀਆਂ ਜਿਹੜੀਆਂ ਸੀਗੀਆਂ ਮੇਰੇ ਵਰਗੀਆਂ ਜਿਨ੍ਹਾਂ ਦੀ ਹਾਈਟ ਇੰਨੀ ਸੀਗੀ, ਠੀਕ ਹੈ। ਚਲੋ ਠੀਕ ਹੈ। ਇੱਕ ਦਿਨ ਕਲਾਸ 'ਚ ਹੁੰਦਾ ਇਹ ਹੈ ਕਿ ਅਸੀਂ ਨਾ ਇੱਦਾਂ ਹੀ ਬੈਠੇ ਹੋਏ ਹਾਂ ਅਤੇ ਇੱਦਾਂ ਹੀ ਨਾ ਅਚਾਨਕ ਨਵਾਂ ਬੱਚਾ ਆਉਂਦਾ ਅਤੇ ਮੈਮ ਆਉਂਦੇ ਆ ਇੰਟਰੋਡਿਊਸ ਕਰਵਾਉਣ ਵਾਸਤੇ। ਅਸੀਂ ਨਾ ਹੈਰਾਨ ਹੋ ਜਾਂਦੇ ਹਾਂ, ਕੁੜੀ, ਮਾਈ ਗੋਡ, ਜਿੱਥੇ ਮੇਰੀ ਮਤਲਬ ਜਿੱਥੇ ਤੁਹਾਡੀ ਕਮਰ ਹੈ ਨਾ ਉੱਥੋਂ ਕੁੜੀ ਦਾ ਸਿਰ ਸਟਾਰਟ ਹੁੰਦਾ, ਮਤਲਬ ਮੈਂ ਬਿਲੋ ਯੋਰ ਲੈਗਸ ਨਾ। ਮੈਂ ਹੈਰਾਨ ਹੋ ਗਈ, ਮੈਂ ਇੰਨਾ ਮਤਲਬ ਮੈਂ ਕਿਹਾ ਇੰਨੀ ਛੋਟੀ ਹਾਈਟ ਕੁੜੀ ਦੀ, ਕਿਉਂਕਿ ਮੇਰੇ ਲਈ ਤਾਂ ਇਹ ਸ਼ੌਕਡ ਸੀਗਾ। ਸੋ ਉਹ ਜਿਹੜੀ ਕੁੜੀ ਸੀਗੀ ਉਹ ਇੱਥੇ ਕਿਤੇ ਮਤਲਬ ਆਉਂਦੀ ਹੈ ਰੇਅਰ ਆਊਟਕਮਸ 'ਚ ਆ ਰਹੀ ਹੈ। ਸੋ ਇੱਦਾਂ ਵੀ ਹੁੰਦਾ। ਸੋ ਮੈਂ ਹੈਰਾਨ ਹੋ ਗਈ। ਮੈਂ ਫਿਰ ਉਹ ਕੁੜੀ ਨੂੰ ਪੁੱਛਿਆ, ਉਹਨੂੰ ਪੰਜਾਬੀ ਨਹੀਂ ਆਉਂਦੀ ਸੀ। ਸ਼ੀ ਵਾਜ਼ ਫਰੋਮ ਆਈ ਥਿੰਕ ਡੈਲੀ, ਸ਼ੀ ਫਰੋਮ ਡੈਲੀ। ਐਂਡ ਜਦੋਂ ਆਉਂਦੀ ਹੈ ਇੱਦਾਂ ਦਾ ਕਰਕੇ ਹਿੰਦੀ 'ਚ ਗੱਲ ਕਰਦੀ ਹੈ, ਹੈਲੋ ਗਾਈਜ਼ ਇੱਦਾਂ ਦਾ ਕਰਕੇ, ਮਾਈ ਨੇਮ ਇਜ਼ ਹਿਮਾਨੀ। ਅਸੀਂ ਕਿਹਾ ਕਿ ਕੁੜੀ ਤਾਂ ਕਿੰਨਾ ਵਧੀਆ ਬੋਲ ਰਹੀ ਹੈ ਨਾ, ਬਸ ਹਾਈਟ ਤੋਂ ਮਾਰ ਖਾ ਗਈ। ਔਰ ਮੈਂ ਤੁਹਾਨੂੰ ਉਹਦੀ ਫੋਟੋ ਸ਼ੇਅਰ ਕਰੂੰਗੀ। ਸੋ ਕੁਛ ਨਹੀਂ, ਬਸ ਉਸ ਤੋਂ ਬਾਅਦ ਨੋਰਮਲ ਮਤਲਬ ਇੱਕ ਨੋਰਮਲ ਗੱਲ ਕੀਤੀ ਗਈ ਹੈ ਕਿ ਜਿੱਥੇ ਆਮ ਇਨਸਾਨ ਮਤਲਬ ਇੱਕ ਨੋਰਮਲ ਚੀਜ਼ ਹੁੰਦੀ ਹੈ ਉੱਥੇ ਕਿਤੇ ਨਾ ਕਿਤੇ ਕੋਈ ਚੀਜ਼ ਹਟ ਕੇ ਵੀ ਹੁੰਦੀ ਹੈ। ਸੋ ਇਸ ਚੀਜ਼ ਨੂੰ ਨੋਰਮਲ ਪ੍ਰੋਬੇਬਿਲਿਟੀ ਕਰਵ ਦੇ ਵਿੱਚ ਰੱਖਿਆ ਗਿਆ ਕਾਮਨ ਵਰਸਸ ਰੇਅਰ ਚੀਜ਼ਾਂ ਨੂੰ ਡਿਫਾਈਨ ਕਰਨ ਵਾਸਤੇ। ਆਈ ਹੋਪ ਤੁਹਾਨੂੰ ਇਹ ਚੀਜ਼ ਸਮਝ ਆਈ ਹੋਣੀ ਹੈ, ਠੀਕ ਹੈ। ਕੋਈ ਇੰਨਾ ਉਹ ਖਾਸ ਨਹੀਂ ਹੈ, ਜਸਟ ਸਿੰਪਲ ਚੀਜ਼ਾਂ ਨੂੰ ਸਮਝਣਾ ਹੈ। ਇਹ ਤਾਂ ਜਸਟ ਸਟਾਰਟਿੰਗ ਹੈ ਕਿ ਹੁੰਦੀ ਕੀ ਹੈ ਚੀਜ਼, ਕਿਵੇਂ ਹੁੰਦੀ ਹੈ, ਕਿਉਂ ਹੁੰਦੀ ਹੈ। ਦੈਨ ਰੈਂਡਮ ਸੈਂਪਲਿੰਗ ਰੇਅਰਲੀ ਐਗਜ਼ੈਕਟਲੀ ਰਿਪਰੈਜ਼ੈਂਟ ਦਾ ਅੰਡਰਲਾਈਨ ਪੋਪੂਲੇਸ਼ਨ। ਯੈਸ, ਰੈਂਡਮ ਸੈਂਪਲਸ ਦੇ ਥਰੂ ਹੀ ਅਸੀਂ ਆਪਣੀ ਪੋਪੂਲੇਸ਼ਨ ਨੂੰ ਅੱਛੇ ਤਰੀਕੇ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ। We rely on sampling distribution to give us better idea
whether the sample we have observed represent a common or rare outcome। ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਸਾਡੀ ਪੋਪੂਲੇਸ਼ਨ ਦੇ ਉੱਤੇ ਅਸੀਂ ਸਟੱਡੀ ਕੀਤੀ ਹੈ, ਉਹ ਜਿਹੜੀ ਸਟੱਡੀ ਅਸੀਂ ਕਰ ਰਹੀ ਹੈ ਇਹ ਕੀਤੀ ਹੈ, ਉਹ ਕਾਮਨ ਆਊਟਕਮਸ 'ਚ ਆ ਰਹੀ ਹੈ ਕਿ ਰੇਅਰ ਆਊਟਕਮਸ 'ਚ ਆ ਰਹੀ ਹੈ। ਹੁਣ ਤੁਸੀਂ ਸੋਚੋਗੇ ਕਿ ਕਿਹਦੇ 'ਚ ਆਉਣੀ ਚਾਹੀਦੀ ਹੈ। ਜੇ ਤੁਹਾਡੀ ਸਟੱਡੀ ਸੱਚੀ ਹਟ ਕੇ ਹੈ ਤਾਂ ਫਿਰ ਰੇਅਰ ਆਊਟਕਮਸ 'ਚ ਆਉਣੀ ਚਾਹੀਦੀ ਹੈ। ਜੇ ਤੁਹਾਡੀ ਸਟੱਡੀ ਕਾਮਨ ਹੈ ਤਾਂ ਫਿਰ ਕਾਮਨ ਦੇ ਵੀ ਮਤਲਬ ਨੋਰਮਲ ਹੈ ਤਾਂ ਫਿਰ ਕਾਮਨ 'ਚ ਆਏਗੀ। ਸੋ ਇਸ ਤਰੀਕੇ ਨਾਲ ਸੈਂਪਲਿੰਗ ਡਿਸਟਰੀਬਿਊਸ਼ਨ ਆਫ ਮੀਨ ਨੂੰ ਡਿਸਕ੍ਰਾਈਬ ਕੀਤਾ, ਜਿੱਦਾਂ ਮੈਂ ਤੁਹਾਨੂੰ ਕਰਕੇ ਦਿੱਤਾ ਸੀ ਕਿ ਸੈਂਪਲ ਮੀਨ ਹੈਗੇ ਨੇ, ਇਹ ਸਾਡੀ ਫ੍ਰੀਕੁਐਂਸੀ ਦਿੱਤੀ ਹੋਈ ਹੈ। ਸੈਂਪਲਿੰਗ ਡਿਸਟਰੀਬਿਊਸ਼ਨ ਆਫ ਮੀਨ ਸਾਨੂੰ ਪਤਾ ਲੱਗਦਾ ਹੈ ਕਿ ਆਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਜਿਹੜੇ ਜ਼ਿਆਦਾਤਰ ਲੋਕ ਨਾ ਇਹਦੇ 'ਚ ਪਾਏ ਗਏ ਨੇ। ਠੀਕ ਹੈ, ਜ਼ਿਆਦਾਤਰ ਲੋਕ ਇਹ ਦੇਖੋ ਨਾ 450 to 500 ਔਰ 550 ਜ਼ਿਆਦਾਤਰ ਲੋਕ ਇਹਨਾਂ ਦੇ ਵਿੱਚ ਨੇ। ਜ਼ਿਆਦਾਤਰ ਅਗਰ ਮੈਂ ਇਹਦਾ NPC ਬਣਾ ਕੇ ਦੇਖਾਂ ਨਾ, ਆਹ ਦੇਖੋ, ਔਰ ਸਭ ਤੋਂ ਘੱਟ ਲੋਕ ਇਹਨਾਂ ਵਿੱਚ ਨੇ। ਕਿਸੇ ਚੀਜ਼ ਦੇ ਨਾਲ ਵੀ ਰਿਲੇਟ ਕਰਕੇ ਦੇਖ ਸਕਦੇ ਹੋ ਇਸ ਚੀਜ਼ ਨੂੰ। ਠੀਕ ਹੈ, ਦੈਨ ਸੈਂਪਲਿੰਗ ਡਿਸਟਰੀਬਿਊਸ਼ਨ ਆਫ ਮੀਨ, probability of means for all possible random samples of given size from the some population, है ना। सैम्पलिंग डिस्ट्रीब्यूशन ऑफ मीन पॉपुलेशन के बिना तो हो नहीं सकती। सो पॉपुलेशन इन्हों का होना बहुत ज़्यादा ज़रूरी है। बाय टेकिंग ए सैंपल फ्रॉम ए पॉपुलेशन वी डोंट नो वैदर द सैंपल मीनस रिफ्लैक्ट द पॉपुलेशन मीन और नॉट। सानू नहीं पता कि जो असी सैंपल लै रहे वो साडी पॉपुलेशन रिफ्लैक्ट इफैक्ट करेगा कि नहीं करेगा। ये किद्दां पता लगेगा जो असी डिस्ट्रीब्यूट करांगे मीनस नू, इदा करके ग्राफ बनावांगे, है ना, या फिर अपना उन्होंने ग्राफिकल रिप्रजेंटेशन के थ्रू ही सानू पता लगेगा कि किन्नी कुछ चीज़ रेयर आ रही है, किन्नी कुछ चीज़ आउटकम साडी कॉमन आ रही है। द सैंपलिंग डिस्ट्रीब्यूशन ऑफ द मीन हैज़ अ मीन स्टैंडर्ड डेविएशन एंड जस्ट लाइक अ डिस्ट्रीब्यूशन यू एनकाउंटर। ਹੁਣ ਸੈਂਪਲਿੰਗ ਜਦੋਂ ਅਸੀਂ ਡਿਸਟਰੀਬਿਊਟ ਕਰਨੀ ਹੈ, ਕਿਹੜੀ ਚੀਜ਼ਾਂ ਮੇਨ ਹੁੰਦੀਆਂ ਨੇ। ਮੀਨ ਹੁੰਦਾ ਹੈ। ਸੋ ਫਸਟ ਆਫ ਆਲ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੁੰਦੀ ਹੈ ਮੀਨ ਐਂਡ ਸਟੈਂਡਰਡ ਡੇਵੀਏਸ਼ਨ। ਹੁਣ ਤੁਸੀਂ ਕਹੋਗੇ ਸਟੈਂਡਰਡ ਡੇਵੀਏਸ਼ਨ ਕੀ ਹੁੰਦਾ ਹੈ ਨਾ, ਮੀਨ ਕੀ ਹੁੰਦਾ। ਚਲੋ ਪਹਿਲਾਂ ਆਪਾਂ ਚੈੱਕ ਕਰਦੇ ਹਾਂ ਮੀਨ ਕੀ ਹੁੰਦਾ ਔਰ ਸਟੈਂਡਰਡ ਡੇਵੀਏਸ਼ਨ ਕੀ ਹੁੰਦਾ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੀਨ ਹੁੰਦਾ ਕੀ ਹੈ। ਮੀਨ ਦੇ ਵਿੱਚ ਹੁੰਦਾ ਕੀ, ਅਸੀਂ ਡਾਟਾ ਅਸੀਂ ਨੰਬਰਸ ਨੂੰ ਇਕੱਠਾ ਕਰਦੇ ਹਾਂ, ਹੈ ਨਾ। ਬਹੁਤ ਸਾਰੇ ਨੰਬਰਸ ਲਿਖੇ ਹੁੰਦੇ ਨੇ, 8 ਹੋ ਗਿਆ, 9 ਹੋ ਗਿਆ, 10 ਹੋ ਗਿਆ, 11 ਹੋ ਗਿਆ। ਇਹਨਾਂ ਨੂੰ ਅਸੀਂ ਕੀ ਕਰਨਾ ਹੁੰਦਾ, ਪਲੱਸ ਕਰਨਾ ਹੁੰਦਾ, ਦੈਨ ਇਹਨੂੰ ਡਿਵਾਈਡ ਕਰਨਾ ਹੁੰਦਾ ਟੋਟਲ ਪੋਪੂਲੇਸ਼ਨ ਦੇ ਨਾਲ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਅਸੀਂ ਮੀਨ ਨਿਕਾਲਦੇ ਹਾਂ। ਬਹੁਤ ਸਾਰੀਆਂ ਇਹੋ ਜਿਹੀਆਂ ਨੰਬਰਸ ਹੁੰਦੇ ਨੇ ਜੋ ਸੇਮ ਹੁੰਦੇ ਨੇ, ਹੈ ਨਾ। ਇਹਦੇ ਵਿੱਚ ਸੋ ਕੁਛ ਨਹੀਂ ਹੈ, ਐਵਰੇਜ ਨਿਕਾਲਿਆ ਜਾਂਦਾ ਹੈ ਕਿ ਅਗਰ ਇਹਨਾਂ ਸਾਰਿਆਂ ਦਾ ਅਸੀਂ ਇਕੱਠਾ ਕਰੀਏ ਤਾਂ ਐਵਰੇਜ ਕੀ ਨਿਕਲ ਕੇ ਆ ਸਕੇ। ਦਿਸ ਇਜ਼ ਦ ਮੇਨ ਯੂਜ਼ਸ ਆਫ ਮੀਨ, ਕਿ ਅਸੀਂ ਜਸਟ ਮੀਨ ਦੇ ਥਰੂ ਕੀ ਕਰਦੇ ਹਾਂ, ਅਸੀਂ ਐਵਰੇਜ ਨਿਕਾਲ ਸਕਦੇ ਹਾਂ। ਠੀਕ ਹੈ, ਹੁਣ ਗੱਲ ਇੱਥੇ ਇਹ ਆਉਂਦੀ ਹੈ ਕਿ ਚਲੋ ਸਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਮੀਨ ਕੀ ਹੁੰਦਾ। ਹੁਣ ਅਸੀਂ ਇੱਥੇ ਇਹ ਸਮਝਦੇ ਕਿ ਸਟੈਂਡਰਡ ਡੇਵੀਏਸ਼ਨ ਕੀ ਹੁੰਦੀ ਹੈ। ਹੁਣ ਇੱਥੇ ਆਪਾਂ ਹੁਣ ਸਟੈਂਡਰਡ ਡੇਵੀਏਸ਼ਨ ਦੀ ਗੱਲ ਕਰਦੇ ਹਾਂ। ਸੋ ਸਟੈਂਡਰਡ ਡੇਵੀਏਸ਼ਨ ਨੂੰ SD ਔਰ ਇੱਦਾਂ ਵੀ ਲਿਖਿਆ ਜਾਂਦਾ ਹੈ। ਠੀਕ ਹੈ, ਇਹਦੀ ਨੋਟੇਸ਼ਨ ਹੈ। ਸੋ ਤੁਹਾਨੂੰ ਹਰ ਇੱਕ ਚੀਜ਼ ਦੀ ਨੋਟੇਸ਼ਨ ਵੀ ਯਾਦ ਕਰਨੀ ਪਏਗੀ। ਸੋ ਸਟੈਂਡਰਡ ਡੇਵੀਏਸ਼ਨ ਕੀ ਹੁੰਦੀ ਹੈ। ਸਟੈਂਡਰਡ ਡੇਵੀਏਸ਼ਨ ਨਾ ਇੱਕ ਸਟੈਂਡਰਡ ਡੇਵੀਏਸ਼ਨ ਆਈ ਕਿੱਦਾਂ ਹੈ, ਜਦੋਂ ਕੋਈ ਚੀਜ਼ ਵੇਰੀ ਕਰਦੀ ਹੈ, ਅਸੀਂ ਵੇਰੀਏਬਲ ਪੜ੍ਹੇ ਸੀਗੇ ਵਿਚ ਵੇਰੀਜ਼, ਹੈ ਨਾ। ਹੁਣ ਵੇਰੀ ਕਰਦੀ ਹੈ, ਉਹ ਚੀਜ਼ ਵੇਰੀ ਤਾਂ ਕਰਦੀ ਹੈ, ਕਿੰਨਾ ਕੁ ਡੇਵੀਏਟ ਹੁੰਦੀ ਹੈ ਉਹ ਚੀਜ਼। ਜਦੋਂ ਅਸੀਂ ਕਿਸੇ ਵੇਰੀਐਂਸ ਦਾ ਸਕੁਏਅਰ ਰੂਟ ਕਰ ਦਈਏ ਤਾਂ ਉਹ ਸਟੈਂਡਰਡ ਡੇਵੀਏਸ਼ਨ ਬਣ ਜਾਂਦੀ ਹੈ। ਇਨ ਸਿੰਪਲ ਵਰਡ ਯੂ ਕੈਨ ਸੇ ਦੈਟ ਸਕੁਏਅਰ ਰੂਟ ਆਫ ਵੇਰੀਐਂਸ ਕੀ ਹੈ, ਸਟੈਂਡਰਡ ਡੇਵੀਏਸ਼ਨ। ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ। ਹਜੇ ਨਹੀਂ ਤੁਹਾਨੂੰ ਸਮਝ ਆਏਗੀ, ਬਟ ਹੌਲੀ ਹੌਲੀ ਜਿੱਦਾਂ ਤੁਸੀਂ ਇਸ ਚੀਜ਼ ਨੂੰ ਆਪਣੇ ਮਤਲਬ ਇਹਨੂੰ ਪ੍ਰੈਕਟੀਕਲ 'ਚ ਲੈ ਕੇ ਆਉਂਗੇ ਤਾਂ ਤੁਸੀਂ ਸਮਝਣਾ ਸ਼ੁਰੂ ਕਰ ਦੋਗੇ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਹੈ ਕਿ ਕਿੰਨੀ ਕੁ ਡਿਸਪਰਸ਼ਨ ਆਫ ਸੈਟ ਆਫ ਵੈਲਿਊਜ਼ ਆ ਰਹੀਆਂ ਨੇ। ਦੇਖੋ ਮੇਰੇ ਸਕੋਰਸ ਇੱਥੇ ਲਾਈ ਕੀਤੇ, ਹੈ ਨਾ, ਮੇਰੇ ਸਕੋਰਸ ਇੱਥੇ ਲਾਈ ਕੀਤੇ, ਮੇਰੇ ਸਕੋਰਸ ਇੱਥੇ ਲਾਈ ਕੀਤੇ। ਆ ਜਿੰਨੇ ਇੱਥੋਂ ਦੀ ਇੱਥੇ ਦੀ ਦੂਰੀ ਤੱਕ ਡਿਸਪਰਸ ਹੋ ਗਏ ਨਾ, ਦੂਰ ਹੋ ਗਏ ਸਕੋਰਸ, ਹੈ ਨਾ। ਇੱਥੋਂ ਦੀ ਇੱਥੇ ਤੱਕ ਮੇਰੇ ਸਕੋਰਸ ਡਿਸਪਰਸ ਹੋ ਗਏ, ਦੂਰ ਹੋ ਗਏ। ਇਸ ਚੀਜ਼ ਨੂੰ ਹੀ ਸਟੈਂਡਰਡ ਡੇਵੀਏਸ਼ਨ ਕਹਿੰਦੇ ਆ, ਕਿ ਮਤਲਬ ਕਿ ਕਿੰਨੇ ਕੁ ਜਿਹੜੇ ਮੇਰੇ ਸਕੋਰਸ ਨੇ ਡਿਸਪਰਸ ਹੋਏ ਨੇ, ਵੇਰੀਏਸ਼ਨਸ ਕਿੰਨੀਆਂ ਕੁ ਆਈਆਂ, ਕਿੰਨਾ ਕੁ ਲਾਰਜਰ ਗੈਪ ਆ ਰਿਹਾ। देयर मे बी अ लार्जर गैप बिटवीन दी वन डाटा वैल्यू एंड द अनदर डाटा। एक च मेरा मतलब मैं स्ट्रैस दे उत्ते मैं स्ट्रैस दा क्वेश्चन लिता, ठीक है। एक बंदे दा रिजल्ट आया 96, एक दा आया 100, एक दा आया 45,
ਇੱਕ ਦਾ ਆਇਆ 36। ਜਦੋਂ ਮੈਂ ਇਹਨਾਂ ਨੂੰ ਪਲੋਟਿੰਗ ਕਰੂੰਗੀ 96 100 45 ਹੈ ਨਾ, ਇੱਕ ਦਾ ਇੱਥੇ ਆ ਗਿਆ, ਇੱਕ ਦਾ ਇੱਥੇ ਆ ਗਿਆ, ਇੱਕ ਦਾ ਇੱਥੇ ਆ ਗਿਆ, ਸਪੋਜ਼ ਕਰੋ ਕਿੰਨਾ ਡਿਸਪਰਸ ਹੋ ਗਏ। ਵੈਸੇ ਵੀ ਤੁਹਾਨੂੰ ਦੇਖ ਕੇ ਵੀ ਪਤਾ ਲੱਗ ਰਹੇ ਨੇ ਨੰਬਰ ਆਪਸ 'ਚ ਮੈਚ ਨਹੀਂ ਕਰ ਰਹੇ ਕਿੰਨੇ। ਹਾਂ ਅਗਰ ਰਿਜ਼ਲਟ ਆਇਆ ਹੁੰਦਾ ਨਾ 96 98 88 ਹੈ ਨਾ, ਜਾਂ ਫਿਰ 97 99 ਸਾਰਿਆਂ ਦੇ ਇਸੇ ਵੈਲਿਊ 'ਚ ਆਏ ਹੁੰਦੇ ਤਾਂ ਤੁਸੀਂ ਕਹਿ ਸਕਦੇ ਸੀ ਕਿ ਇਹ ਇੱਕ ਕਾਮਨ ਆਊਟਕਮ ਆ ਰਹੀ ਹੈ। ਬਟ ਜੇ ਰਿਜ਼ਲਟ ਆਵੇ ਮੇਰਾ 96 100 120 36 5 25 ਡਿਸਪਰਸ ਹੋ ਰਹੇ ਨੇ, ਆਪਸ 'ਚ ਮੈਚ ਨਹੀਂ ਕਰ ਰਹੇ ਹੈ ਨਾ, ਫਿਰ ਤੁਸੀਂ ਇਸ ਚੀਜ਼ ਨੂੰ ਕਹੋਗੇ ਡਿਸਪਰਸ਼ਨ ਆਫ ਦੀ ਸੈਟ ਆਫ ਡੇਟਾ ਵੈਲਿਊਜ਼। ਸੋ ਦਿਸ ਇਜ਼ ਨੋਨ ਐਜ਼ ਸਟੈਂਡਰਡ ਡੇਵੀਏਸ਼ਨ, ਕਿ ਕਿੰਨੇ ਕੁ ਡੇਵੀਏਟ ਹੋ ਕੇ ਮੇਰੇ ਰਿਜ਼ਲਟ ਨਿਕਲ ਕੇ ਆਏ ਨੇ। ਸੋ ਇਹ ਹੋ ਗਏ ਮੇਰੇ ਰੇਅਰ ਆਊਟਕਮਸ, ਇਹ ਹੋ ਗਏ ਮੇਰੇ ਕਾਮਨ ਆਊਟਕਮਸ। ਆਈ ਹੋਪ ਤੁਹਾਨੂੰ ਇਹ ਸਮਝ ਆ ਗਈ ਹੋਏਗੀ। ਅਗਰ ਤੁਸੀਂ ਸਟੈਂਡਰਡ ਡੇਵੀਏਸ਼ਨ ਦੀ ਮਤਲਬ ਲਿਖਣਾ ਚਾਹੁੰਦੇ ਹੋ ਇੱਕ ਮਤਲਬ ਕੀ ਕਹਿੰਦੇ ਆ ਡੈਫੀਨੇਸ਼ਨ, ਤਾਂ ਤੁਸੀਂ ਲਿਖ ਸਕਦੇ ਹੋ ਕਿ ਸਟੈਂਡਰਡ ਡੇਵੀਏਸ਼ਨ ਇਜ਼ ਅ ਨੰਬਰ ਯੂਜ਼ ਟੂ ਟੈਲ ਹਾਊ ਮੈਜਰਮੈਂਟਸ ਫॉर ਅ ਗਰੁੱਪ ਆਰ ਸਪਰੈਡ ਆਊਟ ਫਰੋਮ ਦੀ ਐਵਰੇਜ। ਮੇਰੀ ਐਵਰੇਜ ਤੋਂ ਕਿੰਨੇ ਕੁ ਜਿਹੜਾ ਡਾਟਾ ਹੈ ਉਹ ਡਿਸਪਰਸ ਹੋ ਰਿਹਾ ਹੈ, ਲਾਰਜਰ ਗੈਪ ਆ ਰਿਹਾ ਹੈ, ਦਿਸ ਇਜ਼ ਨੋਨ ਐਜ਼ ਸਟੈਂਡਰਡ ਡੇਵੀਏਸ਼ਨ। ਠੀਕ ਹੈ। A low standard deviation means most of the numbers are close to the average. A high standard deviation means numbers are more spread out. ਹੁਣ ਮੇਰੀ ਇੱਥੇ ਐਵਰੇਜ ਹੈ 100 ਹੈ ਨਾ, ਹੁਣ ਅਗਰ ਮੇਰਾ ਆਏਗਾ ਇੱਥੇ 98 ਹੈ ਨਾ 110 95 101। ਸੋ ਇਹਨਾਂ ਨੇ ਕੀ ਬੋਲਿਆ ਕਿ ਲੋ ਡੇਵੀਏਸ਼ਨ, ਇਹਨਾਂ ਨੇ ਬੋਲਿਆ ਇਹ ਲੋ ਸਟੈਂਡਰਡ ਡੇਵੀਏਸ਼ਨ ਦਾ ਮਤਲਬ ਕੀ ਹੋਏਗਾ, most of the numbers are close to average। ठीक है। बट इफ़ नॉट, अगर इत्थे आ गया 100 और इत्थे आंदा मेरा 150, इत्थे आंदा मेरा 36, किन्ना डिस्पर्स हो गए ना मेरे, देखो वैल्यूज़ 100 तो एवरेज तो किन्नियां वध ते किन्नियां घट ने। सो एक किन्ना हाई चला गया, हाई एस डी मीनस मोस्ट ऑफ दी नंबर्स आर, दसो मोस्ट ऑफ दी नंबर्स आर, इत्थे की होगा, ਹੁਣ ਇਹਨਾਂ ਨੇ ਕਿਹਾ ਨਾ ਇਹ ਲੋ ਐਸ ਡੀ ਮੋਸਟ ਆਫ ਦੀ ਨੰਬਰਸ ਆਰ ਕਲੋਜ਼ ਟੂ ਦੀ ਐਵਰੇਜ, ਇਹ ਹਾਈ ਸਟੈਂਡਰਡ ਡੇਵੀਏਸ਼ਨ ਮੀਨਸ ਨੰਬਰਸ ਆਰ ਮੋਰ ਸਪਰੈਡ ਆਊਟ, ਸੋ ਇਹ ਆਈ ਹੋਪ ਹੁਣ ਤੁਹਾਨੂੰ ਸਟੈਂਡਰਡ ਡੇਵੀਏਸ਼ਨ ਸਮਝ ਆ ਗਈ ਹੋਏਗੀ। ਠੀਕ ਹੈ, ਆ ਜਾਣੀ ਚਾਹੀਦੀ ਹੈ, ਅਗਰ ਨਹੀਂ ਆਈ ਫਿਰ ਵੀ ਤੁਸੀਂ ਮੈਨੂੰ ਕਨਫਰਮ ਕਰ ਸਕਦੇ ਹੋ, ਪੁੱਛ ਸਕਦੇ ਹੋ ਮੈਨੂੰ ਦੁਬਾਰਾ ਤੋਂ। ਠੀਕ ਹੈ। ਹੁਣ ਇੱਥੇ ਕੁਛ ਹੋਰ ਇੱਕ ਬਹੁਤ ਈਜ਼ੀ ਤਰੀਕੇ ਨਾਲ ਗੱਲ ਕੀਤੀ ਗਈ ਹੈ। ਸੋ ਪ੍ਰੋਬੈਬਿਲਿਟੀ ਸੈਂਪਲਿੰਗ ਡਿਸਟਰੀਬਿਊਸ਼ਨ ਆਫ ਮੀਨ ਦੇ ਵਿੱਚ ਸਾਨੂੰ ਦੋ ਚੀਜ਼ਾਂ ਚਾਹੀਦੀਆਂ ਨੇ, ਮੀਨ ਔਰ ਐਸ ਡੀ। ਮੀਨ ਤੁਹਾਨੂੰ ਪਤਾ ਹੀ ਹੈ, ਇਹਦੇ ਕਰੈਕਟਰਿਸਟਿਕ ਸਭ ਕੁਛ ਮੈਂ ਤੁਹਾਨੂੰ ਕਰਾ ਚੁੱਕੀ ਹਾਂ। ਸਟੈਂਡਰਡ ਡੇਵੀਏਸ਼ਨ ਮੈਂ ਤੁਹਾਨੂੰ ਹੁਣ ਸਮਝਾ ਦਿੱਤੀ ਹੈ ਕਿ ਕੀ ਹੁੰਦੀ ਹੈ। ਦੈਨ ਰਿਵਿਊ ਕਰਦੇ ਹਾਂ, ਇੱਕ ਸੈਂਪਲ ਮੀਨ ਕੀ ਹੁੰਦਾ ਹੈ। ਸੈਂਪਲ ਮੀਨ ਹੁਣ ਇੱਕ ਤਾਂ ਮੀਨ, ਹੁਣ ਇੱਕ ਤਾਂ ਅਸੀਂ ਪੋਪੂਲੇਸ਼ਨ ਦਾ ਮੀਨ ਨਿਕਾਲਣਾ ਹੁੰਦਾ, ਇੱਕ ਅਸੀਂ ਸੈਂਪਲ ਦਾ ਮੀਨ ਨਿਕਾਲਣਾ ਹੁੰਦਾ। ਪੋਪੂਲੇਸ਼ਨ ਦਾ ਮੀਨ ਕੀ ਹੁੰਦਾ, ਮੈਂ ਸੈਂਸਸ ਤੋਂ ਚੈੱਕ ਕਰਨੀ ਹੁੰਦੀ ਕਿ ਇੰਨੀ ਪੋਪੂਲੇਸ਼ਨ ਹੈ, ਅਤੇ ਜਦੋਂ ਮੈਂ ਸੈਂਪਲ ਇਕੱਠਾ ਕਰਦੀ ਹਾਂ ਅਤੇ ਉਹਦਾ ਮੀਨ ਨਿਕਾਲਣਾ ਹੁੰਦਾ ਅਤੇ ਦੇਖਣਾ ਹੁੰਦਾ ਕਿ ਇਹਦੇ 'ਚ ਆਪਸ 'ਚ ਕੋਈ ਮਤਲਬ ਜਨਰਲਾਈਜ਼ੇਬਿਲਿਟੀ ਹੈਗੀ ਹੈ ਕਿ ਨਹੀਂ। ਬਸ ਜਿਹੜੇ ਮੇਰਾ ਸੈਂਪਲ ਮੀਨ ਹੁੰਦਾ ਹੈ ਉਹ ਇਕੁਅਲਸ ਟੂ ਪੋਪੂਲੇਸ਼ਨ ਮੀਨ ਹੁੰਦਾ, ਇਹ ਵੀ ਤੁਸੀਂ ਮੰਨ ਕੇ ਚੱਲੋ। ਜਿਹੜਾ ਮੇਰਾ ਸੈਂਪਲ ਮੀਨ ਹੁੰਦਾ ਇਕੁਅਲ ਟੂ ਦੀ ਮੀਨ ਆਫ ਦੀ ਸੈਂਪਲਿੰਗ ਡਿਸਟਰੀਬਿਊਸ਼ਨ ਹੁੰਦਾ, ਇਸ ਨੂੰ ਵੀ ਮੰਨ ਕੇ ਚੱਲੋ। ਸੈਂਪਲਿੰਗ ਮੀਨ ਜਿਹੜਾ ਹੁੰਦਾ ਇਟ ਇਜ਼ ਆਲਵੇਜ਼ or equally likely to have either near to or far from the population mean, ਇਹਨੂੰ ਵੀ ਮੰਨ ਕੇ ਚੱਲੋ। ਮੇਰਾ ਜਿਹੜਾ ਸੈਂਪਲ ਮੀਨ ਹੈ ਉਹ ਮੇਰੀ ਪੋਪੂਲੇਸ਼ਨ ਮੀਨ ਦੇ ਨੀਅਰ ਵੀ ਹੋ ਸਕਦਾ ਔਰ ਫਾਰ ਵੀ ਹੋ ਸਕਦਾ। ਠੀਕ ਹੈ, ਇਸ ਚੀਜ਼ ਨੂੰ ਵੀ ਮੰਨ ਕੇ ਚੱਲੋ। ਇਹ ਰਿਵਿਊ ਹੈ, ਇਹ ਅਸੀਂ ਇੱਕ ਅਜ਼ੰਪਸ਼ਨ ਟਾਈਪ ਲਿਖ ਸਕਦੇ ਹਾਂ ਕਿ ਇੱਦਾਂ ਹੀ ਹੁੰਦਾ ਹੈ ਔਰ ਇੱਦਾਂ ਹੀ ਹੁੰਦਾ ਆਏਗਾ ਜਾਂ ਹੁੰਦਾ ਹੋਏਗਾ। ਸੋ ਟਾਈਪਸ ਆਫ ਡਿਸਟਰੀਬਿਊਸ਼ਨ, ਇਹ ਇੱਕ ਨੋਟੇਸ਼ਨ ਫੋਰਮ ਹੈ। ਠੀਕ ਹੈ, ਨੋਟੇਸ਼ਨ ਇਹਨੂੰ ਹਮੇਸ਼ਾ ਤੁਸੀਂ ਯਾਦ ਕਰ ਲੈਣਾ, ਕਿਉਂਕਿ ਬਹੁਤ ਸਾਰੀਆਂ ਜਗ੍ਹਾਵਾਂ 'ਤੇ ਨਾ ਇਹ ਸਿੰਬਲਸ ਯੂਜ਼ ਕੀਤੇ ਜਾਂਦੇ ਨੇ ਅਤੇ ਤੁਸੀਂ ਫਿਰ ਕਨਫਿਊਜ਼ ਨਾ ਹੋ ਜਾਓ। ਟਾਈਪਸ ਆਫ ਡਿਸਟਰੀਬਿਊਸ਼ਨ,
ਅਗਰ ਅਸੀਂ ਸੈਂਪਲ ਦੀ ਗੱਲ ਕਰੀਏ, ਅਗਰ ਅਸੀਂ ਸੈਂਪਲ ਮੀਨ ਦੀ ਗੱਲ ਕਰੀਏ ਤਾਂ ਉਹ ਸੈਂਪਲ ਮੀਨ ਨੂੰ ਅਸੀਂ ਇੱਦਾਂ ਲਿਖਾਂਗੇ। ਅਗਰ ਅਸੀਂ ਸਟੈਂਡਰਡ ਡੇਵੀਏਸ਼ਨ ਦੇ ਸੈਂਪਲ ਦੀ ਗੱਲ ਕਰੀਏ ਤਾਂ ਉਹ ਇੱਦਾਂ ਲਿਖਿਆ ਜਾਏਗਾ। ਸੈਂਪਲ ਪੋਪੂਲੇਸ਼ਨ ਮੀਨ ਦੀ ਗੱਲ ਕਰੀਏ ਤਾਂ ਇੱਦਾਂ ਲਿਖਿਆ ਜਾਏਗਾ, ਔਰ ਅਗਰ ਅਸੀਂ ਪੋਪੂਲੇਸ਼ਨ ਮੀਨ ਆਫ ਸਟੈਂਡਰਡ ਡੇਵੀਏਸ਼ਨ ਦੀ ਗੱਲ ਕਰੀਏ ਤਾਂ ਇੱਦਾਂ ਲਿਖਿਆ ਜਾਏਗਾ। ਸੈਂਪਲਿੰਗ ਡਿਸਟਰੀਬਿਊਸ਼ਨ ਆਫ ਮੀਨ ਇੱਦਾਂ ਲਿਖਿਆ ਜਾਏਗਾ। ਇਹ ਮੀਨ ਆਫ ਆਲ ਸੈਂਪਲਸ, ਮਤਲਬ ਇਹਨਾਂ ਨੂੰ ਆਪਸ 'ਚ ਇਕੱਠਾ ਕਰਤਾ। ਜੇ ਆਪਾਂ ਇਕੱਠਾ ਸੈਂਪਲ ਲੈ ਲਈਏ ਤਾਂ ਉਹ ਇਹ ਬਣ ਗਿਆ। ਅਗਰ ਅਸੀਂ ਹੁਣ ਉਹੀ ਗੱਲ ਹੈ ਨਾ, ਇਹੀ ਤਾਂ ਸਟੈਂਡਰਡ ਡੇਵੀਏਸ਼ਨਸ ਹੈ। ਮੈਂ ਤੁਹਾਨੂੰ ਕਹਿੰਦੀ ਹਾਂ ਸਟੈਂਡਰਡ ਐਰਰ, ਸਟੈਂਡਰਡ ਐਰਰ, ਸਟੈਂਡਰਡ ਐਰਰਸ। ਹੁਣ ਇਹਨਾਂ ਨੂੰ ਤੁਸੀਂ ਸੈਂਪਲ ਨੂੰ ਔਰ ਪੋਪੂਲੇਸ਼ਨ ਨੂੰ ਜਦੋਂ ਇਕੱਠਾ ਕਰਦੇ ਹੋ ਤਾਂ ਤੁਹਾਡਾ ਕੀ ਬਣ ਕੇ ਆ ਜਾਂਦਾ? ਸਟੈਂਡਰਡ ਐਰਰ। ਫਿਰ ਇਕੱਠਾ ਬਣ ਕੇ ਤੁਹਾਡਾ ਸਟੈਂਡਰਡ ਐਰਰ ਬਣ ਜਾਂਦਾ ਹੈ। ਅਤੇ ਇਹੀ ਚੀਜ਼ ਹੈ ਕਿ ਜਿੰਨਾ ਸਟੈਂਡਰਡ ਐਰਰ ਮੇਰਾ ਵੱਧ ਹੋਏਗਾ, ਮਤਲਬ ਕਿ ਮੇਰਾ ਸੈਂਪਲ ਸਾਈਜ਼ ਘੱਟ ਹੈ, ਔਰ ਜਿੰਨਾ ਮੇਰਾ ਸਟੈਂਡਰਡ ਸਾਈਜ਼ ਘੱਟ ਹੋਏਗਾ ਦੈਟ ਮੀਨਸ ਮੇਰਾ ਸੈਂਪਲ ਸਾਈਜ਼ ਵੱਧ ਹੈ। ਹੁਣ ਇਸ ਚੀਜ਼ ਨੂੰ ਤੁਸੀਂ ਆਈ ਥਿੰਕ ਇੱਥੋਂ ਫੋਲੋ ਕਰ ਸਕਦੇ ਹੋ। ਇਹ ਚੀਜ਼ ਤੁਹਾਨੂੰ ਯਾਦ ਕਰਨੀ ਪਏਗੀ, ਠੀਕ ਹੈ, ਇੱਦਾਂ ਦਾ ਕਰਕੇ। ਸੋ ਇਸ ਦਾ ਮਤਲਬ ਇਹ ਹੁੰਦਾ ਹੈ, ਇਹ ਕਹਿੰਦੇ ਨੇ ਸੋ ਮੀਨ ਸੈਂਪਲਿੰਗ ਡਿਸਟਰੀਬਿਊਸ਼ਨ ਆਲਵੇਜ਼ ਇਕੁਅਲ ਟੂ ਦੀ ਮੀਨ ਆਫ ਪੋਪੂਲੇਸ਼ਨ। ਯੈਸ, ਇਹ ਤੁਹਾਨੂੰ ਬਾਰ-ਬਾਰ ਸਮਝਾਇਆ ਜਾਂਦਾ ਹੈ ਕਿਉਂਕਿ ਸੈਂਪਲ ਹੀ ਰਿਪਰੈਜ਼ੈਂਟ ਕਰਦਾ ਸਾਡੀ ਪੋਪੂਲੇਸ਼ਨ ਨੂੰ, ਔਰ ਪੋਪੂਲੇਸ਼ਨ ਰਿਪਰੈਜ਼ੈਂਟ ਹੁੰਦੀ ਹੈ ਥਰੂ ਸੈਂਪਲਸ ਤੋਂ। ਸੋ ਤੁਸੀਂ ਇਸ ਨੂੰ ਵੈਸੇ ਇਸ ਨੂੰ ਨਾ ਮਿਊ ਬੋਲਦੇ ਆ, ਇਸ ਯੂ ਨੂੰ ਨਾ ਮਿਊ ਬੋਲਦੇ ਆ, ਬਟ ਤੁਸੀਂ ਇਹਨੂੰ ਕੀ ਮੰਨ ਕੇ ਚੱਲੋ? ਪੋਪੂਲੇਸ਼ਨ ਦਾ ਮੀਨ ਹੈ ਇਹ ਸੈਂਪਲ ਦਾ ਮੀਨ ਹੈ। ਜੇ ਆਪਾਂ ਇਹਨੂੰ ਇਕੁਅਲ ਟੂ ਕਰੀਏ, ਇਹ ਕੀ ਬਣ ਜਾਏਗਾ ਮੇਰੀ? ਇਹ ਕੀ ਬਣੇਗਾ? ਇਹਨਾਂ ਨੇ ਕੀ ਬੋਲਿਆ? ਮੀਨ ਆਫ ਸੈਂਪਲਿੰਗ ਡਿਸਟਰੀਬਿਊਸ਼ਨ ਆਲਵੇਜ਼ ਇਕੁਅਲ ਟੂ ਦੀ ਮੀਨ ਆਫ ਦੀ ਪੋਪੂਲੇਸ਼ਨ। ਇਹ ਸੈਂਪਲਿੰਗ ਡਿਸਟਰੀਬਿਊਸ਼ਨ ਦਾ ਮੀਨ ਹੈ ਇਜ਼ ਇਕੁਅਲ ਟੂ ਦੀ ਪੋਪੂਲੇਸ਼ਨ। ਇਹ ਹੋਲ ਮੀਨ ਹੈ ਸਾਡਾ। ਹੋਲ ਮੀਨ ਕਿਹਦਾ? ਪੋਪੂਲੇਸ਼ਨ ਦਾ ਮੀਨ। ਇਹ ਸੈਂਪਲਿੰਗ ਡਿਸਟਰੀਬਿਊਸ਼ਨ ਦਾ ਮੀਨ ਇਜ਼ ਇਕੁਅਲ ਟੂ ਦੀ ਮੀਨ ਆਫ ਦੀ ਪੋਪੂਲੇਸ਼ਨ। ਦੈਨ ਸਟੈਂਡਰਡ ਐਰਰ ਆਫ ਮੀਨ ਦਾ ਮਤਲਬ ਕੀ ਹੁੰਦਾ ਹੈ? ਮੇਜਰਸ ਆਫ ਵੇਰੀਏਬਿਲਿਟੀ ਇਨ ਦੀ ਸੈਂਪਲਿੰਗ ਡਿਸਟਰੀਬਿਊਸ਼ਨ। ਸਟੈਂਡਰਡ ਐਰਰ ਕੀ ਹੈ? ਤੁਸੀਂ ਇਹਦੇ 'ਚ ਲਿਖ ਸਕਦੇ ਹੋ, ਇਹਦੇ 'ਚ ਇਹ ਲਿਖ ਸਕਦੇ ਹੋ, ਇਫ ਸੈਂਪਲ ਐਰਰ ਲੈਸ ਦੈਟ ਮੀਨਸ ਸੈਂਪਲ ਸਾਈਜ਼ ਕੀ ਹੈ? ਬਿਗਰ ਹੋਏਗਾ। ਇਫ ਸੈਂਪਲ ਐਰਰ ਮੋਰ ਦੈਨ ਸੈਂਪਲ ਸਾਈਜ਼ ਕੀ ਹੋਏਗਾ? ਲੈਸ ਹੋਏਗਾ। ਤੁਸੀਂ ਇਸ ਚੀਜ਼ ਨੂੰ ਇਹਦੇ 'ਚ ਵੀ ਨਿਪਟਾ ਸਕਦੇ ਹੋ। ਇਹਦੇ 'ਚ ਇਹਨਾਂ ਨੇ ਫਾਰਮੂਲਾ ਦਿੱਤਾ ਹੋਇਆ। ਇਹਨਾਂ ਨੇ ਕੀ ਕੀਤਾ ਹੈ? ਇਹ ਸਟੈਂਡਰਡ ਡੇਵੀਏਸ਼ਨ ਨੂੰ ਕੀ ਕੀਤਾ ਇਹਨਾਂ ਨੇ? ਸਟੈਂਡਰਡ ਡੇਵੀਏਸ਼ਨ ਨਿਕਾਲਦੇ ਕਿੱਦਾਂ ਨੇ? ਚਾਹੇ ਤੁਸੀਂ ਇਹਨੂੰ ਨਾ ਵੀ ਲਿਖੋ, ਚਾਹੇ ਇਸ ਚੀਜ਼ ਨੂੰ ਤੁਸੀਂ ਨਾ ਵੀ ਲਿਖੋ, ਅਸੀਂ ਉੱਦਾਂ ਵੀ ਜੇ ਅਸੀਂ ਸਟੈਂਡਰਡ ਡੇਵੀਏਸ਼ਨ ਫਾਈਂਡ ਕਰੀਏ ਨਾ, ਕਿੱਦਾਂ ਨਿਕਾਲੀ ਦੀ ਹੈ? ਇੱਦਾਂ, ਇਹਦਾ ਫਾਰਮੂਲਾ ਇਹੀ ਹੁੰਦਾ। ਇਹ ਚੀਜ਼ ਤੁਸੀਂ ਰਹਿਣ ਦਿਓ, ਠੀਕ ਹੈ। ਸਟੈਂਡਰਡ ਡੇਵੀਏਸ਼ਨ ਕਿੱਦਾਂ ਨਿਕਾਲੀ ਜਾਂਦੀ ਹੈ? ਸਟੈਂਡਰਡ ਡੇਵੀਏਸ਼ਨ ਨਿਕਾਲਣ ਦਾ ਫਾਰਮੂਲਾ ਹੁੰਦਾ ਸਿੰਪਲ, ਇੱਦਾਂ ਵੀ ਨਿਕਾਲ ਸਕਦੇ ਹੋ। ਇਹਨੂੰ ਤੁਸੀਂ ਵੈਸੇ ਗੱਲ ਤਾਂ ਉਹੀ ਆ ਗਈ ਨਾ। ਹੁਣ ਜੇ ਆਪਾਂ ਸਟੈਂਡਰਡ ਡੇਵੀਏਸ਼ਨ ਦੀ ਗੱਲ ਕਰੀਏ, ਜਿਵੇਂ ਹੁਣ ਇੱਥੇ ਹੈ, ਇੱਥੇ ਇਹਨਾਂ ਨੇ ਉਹਨੂੰ ਸਿੰਬਲ ਆ ਦਿੱਤਾ ਹੋਇਆ, ਗੱਲ ਇੱਕੋ ਹੀ ਹੈ। ਕਨਫਿਊਜ਼ ਨਹੀਂ ਹੋਣਾ। ਸਟੈਟਸ ਦੇ ਵਿੱਚ ਬਾਹਰ ਹਰ ਜਗ੍ਹਾ 'ਤੇ ਇਹੋ ਜਿਹੇ ਨੋਟੇਸ਼ਨਸ ਯੂਜ਼ ਕੀਤੇ ਜਾਣਗੇ, ਤੁਸੀਂ ਕਨਫਿਊਜ਼ ਨਹੀਂ ਹੋਣਾ। ਤਾਂ ਤੁਸੀਂ ਸਟੈਂਡਰਡ ਡੇਵੀਏਸ਼ਨ ਨਿਕਾਲਣੀ ਹੈ ਤਾਂ ਤੁਸੀਂ ਇਹਨੂੰ ਇੱਦਾਂ ਵੀ ਲਿਖ ਸਕਦੇ ਹੋ, ਠੀਕ ਹੈ। ਇਹ ਪੋਪੂਲੇਸ਼ਨ ਹੋ ਗਈ, ਇਹ ਹੋ ਗਿਆ ਮੇਰਾ ਸੈਂਪਲ। ਅਤੇ ਜਿੰਨੀ ਮੇਰੀ ਪੋਪੂਲੇਸ਼ਨ ਹੋਏਗੀ, ਜਿੰਨਾ ਮੇਰਾ ਸੈਂਪਲ ਹੋਏਗਾ, ਉਹ ਨਿਕਲ ਕੇ ਕੀ ਆਏਗੀ? ਮੇਰੀ ਸਟੈਂਡਰਡ ਡੇਵੀਏਸ਼ਨ। ਸਟੈਂਡਰਡ ਡੇਵੀਏਸ਼ਨ ਤੋਂ ਹੀ ਮੈਨੂੰ ਪਤਾ ਲੱਗੇਗਾ ਕਿ ਜਿਹੜੇ ਮੇਰੇ ਸਕੋਰਸ ਨੇ ਉਹ ਵੱਧ ਨੇ, ਘੱਟ ਨੇ, ਐਵਰੇਜ ਤੋਂ ਕਿੱਥੇ ਨੇ। ਬਸ ਇਹ ਚੀਜ਼ ਹੈ। ਇਸ ਤਰੀਕੇ ਦੇ ਨਾਲ ਅਸੀਂ ਡਿਸਟਰੀਬਿਊਟ ਕਰਦੇ ਹਾਂ ਆਪਣੇ ਸੈਂਪਲ ਨੂੰ। ਆਈ ਹੋਪ ਗਾਈਸ ਤੁਹਾਨੂੰ ਸਮਝ ਆ ਗਿਆ ਹੋਏ। ਦੇਖੋ ਨਾ, ਇਸ ਵੀਡੀਓਜ਼ ਨੂੰ ਬਾਰ-ਬਾਰ ਸਮਝਣਾ, ਬਾਰ-ਬਾਰ ਸਮਝਣਾ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇ। ਨਹੀਂ ਆਇਆ ਪਲੀਜ਼ ਲੈਟ ਮੀ ਨੋ, ਆਈ ਵਿਲ ਅਗੇਨ, ਮਤਲਬ ਮੈਂ ਤੁਹਾਡੀ ਹੈਲਪ ਕਰ ਦੂੰਗੀ, ਔਰ ਅਸੀਂ ਵੀਡੀਓ ਜਾਂ ਕਾਨਫਰੰਸ ਕਾਲ 'ਤੇ ਇੱਕ ਵਾਰ ਦੁਬਾਰਾ ਇੱਕ ਦੂਜੇ ਨਾਲ ਡਿਸਕਸ ਕਰ ਲਾਂਗੇ, ਠੀਕ ਹੈ। ਥੈਂਕ ਯੂ ਸੋ ਮਚ ਗਾਈਜ਼।